सिख संगत का इंतजार खत्म होने जा रहा है। करीब 1.5 साल बंद रहने तो बाद करतारपुर साहिब लांघा खुलेगा। गृह मंत्री अमित शाह ने ट्वीट करके कहा कि भारत सरकार 17 नवंबर तो लांघा खुलन जा रही है। 18 नवंबर ਨੂੰ ਜਾ ਰਹੇ ਪਹਿਲੇ ਜਥੇ ਦੇ ਵਿੱਚ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਕਰਤਾਰਪੁਰ ਜਾਵੇਗੀ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਵੇਗੀ। ਸੀਐਮ ਚੰਨੀ ਨੇ ਲਾਂਘਾ ਖੋਲਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਨਵਜੋਤ ਸਿੰਘ ਸਿੱਧੂ ਵੀ ਕਰਤਾਰਪੁਰ ਸਾਹਿਬ ਜਾਣ ਦੇ ਲਈ ਅਰਜ਼ੀ ਦੇਣਗੇ। ਨਾਲ ਹੀ ਸਿੱਧੂ ਨੇ ਨਵੇਂ ਦਰਸ਼ਨ ਸਥਲ ਦੀ ਉਸਾਰੀ ਦੀ ਮੰਗ ਕੀਤੀ ਹੈ। ਸਿੱਧੂ ਨੇ ਕਿਹਾ ਕਿ ਜੋ ਲੋਕ ਕਰਤਾਰਪੁਰ ਨਹੀਂ ਜਾ ਸਕਦੇ ਉਹ ਵੀ ਦੂਰਬੀਨ ਦੇ ਜ਼ਰੀਏ ਦਰਸ਼ਨ ਕਰ ਸਕਣ। ਸੁਖਬੀਰ ਬਾਦਲ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਇਹ ਲੱਖਾਂ ਲੋਕਾਂ ਦੀਆਂ ਆਸਾਂ ਨੂੰ ਬੂਰ ਪਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਵੀ ਸਮੇਂ-ਸਮੇਂ ਤੇ ਪ੍ਰਧਾਨ ਮੰਤਰੀ ਅੱਗੇ ਲਾਂਘਾ ਖੋਲੇ ਜਾਣ ਦੀ ਮੰਗ ਰੱਖੀ ਗਈ ਸੀ। ਕਰਤਾਰਪੁਰ ਲਾਂਘਾ ਮੁੜ ਖੋਲੇ ਜਾਣ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਵਿੱਚ ਵੀ ਉਤਸ਼ਾਹ ਹੈ। ਪੰਜਾਬ ਬੀਜੇਪੀ ਦੇ ਆਗੂਆਂ ਨੇ ਇੱਕ ਦੂਜੇ ਨੂੰ ਲੱਡੂ ਖਵਾ ਕੇ ਮੂੰਹ ਮਿੱਠਾ ਕੀਤਾ ਅਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ ਜਾਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 19 ਨਵੰਬਰ ਨੂੰ ਕਰਤਾਰਪੁਰ ਸਾਹਿਬ ਜੱਥਾ ਭੇਜਣ ਦੀ ਗੱਲ ਕਹੀ ਗਈ ਹੈ। ਡੀਐਸਜੀਐਮਸੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਲਾਂਘਾ ਖੋਲੇ ਜਾਣ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ। ਕਰਤਾਰਪੁਰ ਲਾਂਘਾ ਖੋਲ੍ਹਣ ਦੀ ਖੁਸ਼ੀ ਦੇ ਵਿੱਚ ਜਲੰਧਰ 'ਚ ਬੀਜੇਪੀ ਆਗੂਆਂ ਨੇ ਲੱਡੂ ਵੰਡੇ। ਜਲੰਧਰ 'ਚ ਭਾਜਪਾ ਜ਼ਿਲ੍ਹਾ ਦਫ਼ਤਰ ਦੇ ਵਿੱਚ ਬੀਜੇਪੀ ਆਗੂ ਤੇ ਵਰਕਰ ਇਕੱਠੇ ਹੋਏ, ਜਿੱਥੇ ਲਾਂਘਾ ਖੋਲ੍ਹਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਲੁਧਿਆਣਾ ਦੇ ਵਿੱਚ ਵੀ ਬੀਜੇਪੀ ਵਰਕਰਾਂ ਤੋਂ ਸੜਕਾਂ ਤੇ ਉਤਰ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਖੁਸ਼ੀ ਮਨਾਈ ਗਈ। ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਗਿਆ। ਲਾਂਘਾ ਖੋਲ੍ਹਣ ਦੇ ਲਈ ਪੀਐਮ ਮੋਦੀ ਦਾ ਧੰਨਵਾਦ ਵੀ ਹੋਇਆ ਤੇ ਬੀਜੇਪੀ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ। ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਬੀਜੇਪੀ ਵੱਲੋਂ ਜਦੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਸੀ ਤਾਂ ਉੱਥੇ ਕੁਝ ਨੌਜਵਾਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਗਈ। ਕੇਂਦਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਾਏ ਗਏ, ਜਿਸ ਤੋਂ ਬਾਅਦ ਪੁਲਿਸ ਨੇ ਵਿਚਾਲੇ ਪੈ ਕੇ ਮਾਹੌਲ ਸ਼ਾਂਤ ਕਰਾਇਆ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਫੈਸਲੇ ਦਾ ਟੀਕਰੀ ਬਾਰਡਰ ਤੇ ਬੈਠੇ ਕਿਸਾਨਾਂ ਨੇ ਸਵਾਗਤ ਕੀਤਾ। ਕਿਸਾਨਾਂ ਨੇ ਕਿਹਾ ਕਿ ਇਹ ਚੰਗਾ ਫੈਸਲਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਦੀ ਮੰਗ ਵੀ ਮੰਨ ਲਈ ਜਾਵੇ ਤਾਂ ਜੋ ਗੁਰਪੁਰਬ ਘਰ ਜਾ ਕੇ ਮਨਾ ਸਕਣ। ਪੰਜਾਬੀਆਂ ਨੂੰ ਨਿੱਜੀ ਨੌਕਰੀਆਂ ਦੇ ਵਿੱਚ 75% ਕੋਟਾ ਦੇਣ ਦੀ ਚੰਨੀ ਸਰਕਾਰ ਨੇ ਤਿਆਰੀ ਕਰ ਲਈ ਹੈ। ਪੰਜਾਬ ਕੈਬਨਿਟ ਨੇ 5 ਮੰਤਰੀਆਂ ਦੀ ਸਬ ਕਮੇਟੀ ਨੂੰ ਇਸ ਦਾ ਜ਼ਿੰਮਾ ਸੌਂਪ ਦਿੱਤਾ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਇਹ ਵੀ ਕਿਹਾ ਕਿ ਕੋਵਿਡ ਦੌਰਾਨ ਭਰਤੀ ਕੀਤਾ ਮੈਡੀਕਲ ਸਟਾਫ ਵੀ ਸਰਕਾਰ ਹਟਾਵੇਗੀ ਨਹੀਂ। ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਸੀਐਮ ਚਰਨਜੀਤ ਚੰਨੀ ਨੂੰ ਚਿੱਠੀ ਲਿਖੀ ਹੈ ਅਤੇ ਮੰਗ ਕੀਤੀ ਹੈ ਕਿ ਰਾਖਵੀਆਂ ਨੌਕਰੀਆਂ ਦੇ ਵਿੱਚੋਂ 50% ਵਾਲਮੀਕ ਅਤੇ ਮਜ਼੍ਹਬੀ ਸਿੱਖਾਂ ਨੂੰ ਦਿੱਤੀਆਂ ਜਾਣ। ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਸਮਾਜ ਦੇ ਕਮਜ਼ੋਰ ਤਬਕੇ ਦੇ ਲਈ ਕਦਮ ਚੁੱਕੇ। ਪੰਜਾਬ ਕਾਂਗਰਸ ਭਵਨ ਦੇ ਵਿੱਚ ਚਾਰਜ ਸਾਂਭਣ ਤੋਂ ਬਾਅਦ ਨਵਜੋਤ ਸਿੱਧੂ ਨੇ ਚੋਣਾਂ ਦੀ ਕਮਾਨ ਸਾਂਭ ਲਈ ਹੈ। ਸਿੱਧੂ ਨੇ ਕਿਹਾ ਕਿ 2022 ਦੇ ਲਈ ਉਮੀਦਵਾਰਾਂ ਦੀ ਲਿਸਟ ਆਖਰ ਦੇ ਵਿੱਚ ਜਾਰੀ ਹੋਵੇਗੀ। ਸਿੱਧੂ ਨੇ ਇਹ ਵੀ ਸਾਫ਼ ਕੀਤਾ ਕਿ ਜ਼ਰੂਰੀ ਨਹੀਂ ਹੈ ਕਿ ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ। ਮੁੱਖ ਮੰਤਰੀ ਚਿਹਰੇ ਤੇ ਸਿੱਧੂ ਨੇ ਗੋਲ-ਮੋੜ ਜਵਾਬ ਦਿੱਤਾ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਭਵਨ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ। ਦੋਵੇਂ ਆਗੂਆਂ ਨੂੰ ਗੁਲਦਸਤੇ ਦੇ ਕੇ ਇੱਕ ਦੂਜੇ ਨੂੰ ਉਹਨਾਂ ਨੇ ਸਵਾਗਤ ਕੀਤਾ। ਨਵਜੋਤ ਸਿੱਧੂ ਨੇ ਮੁੜ ਆਪਣੇ ਪੰਜਾਬ ਮਾਡਲ ਦੀ ਗੱਲ ਕੀਤੀ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਆਤਮ ਨਿਰਭਰ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਕਰਜ਼ ਲੈ ਕੇ ਕਰਜ਼ ਵਾਪਸ ਕਰਨਾ ਠੀਕ ਕਦਮ ਨਹੀਂ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪੰਜਾਬ ਮਾਡਲ ਨੂੰ ਹਾਈਕਮਾਨ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਆਮ ਆਦਮੀ ਪਾਰਟੀ ਨੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਚੰਨੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਵਿਧਾਇਕ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਵਾਈਟ ਪੇਪਰ ਅਧੂਰਾ ਸੀ, ਜਿਸ ਦੇ ਵਿੱਚ ਕਾਂਗਰਸ ਦੇ ਪਾਪ ਲੁਕੋ ਲਏ ਗਏ ਨੇ। ਅਰੋੜਾ ਦਾ ਦਾਅਵਾ ਹੈ ਕਿ 2006 ਦੇ ਵਿੱਚ ਹੀ ਬਿਜਲੀ ਸਮਝੌਤਿਆਂ ਦਾ ਮੁੱਢ ਬੱਝ ਗਿਆ ਸੀ ਅਤੇ ਵੋਟ ਵਾਲੀ ਟਰਮ BOO ਦੇ ਵਿੱਚ ਬਦਲ ਦਿੱਤੀ ਗਈ। ਪੱਕੀ ਮੋਹਰ ਅਕਾਲੀ ਦਲ ਨੇ ਲਾ ਦਿੱਤੀ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗਾ ਆ ਰਹੇ ਨੇ। ਹਾਲਾਂਕਿ ਇਸ ਤੋਂ ਪਹਿਲਾਂ 14 ਨਵੰਬਰ ਨੂੰ ਕੇਜਰੀਵਾਲ ਨੇ ਮੋਗਾ ਆਉਣਾ ਸੀ, ਪਰ ਉਹਨਾਂ ਦਾ ਇਹ ਦੌਰਾ ਅਚਾਨਕ ਰੱਦ ਹੋ ਗਿਆ ਸੀ। ਮਿਸ਼ਨ 2022 ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਕਰਾਰ ਦਿੱਤਾ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਸਿਆਸੀ, ਧਾਰਮਿਕ ਤੇ ਆਰਥਿਕ ਤੌਰ ਤੇ
ਸਭ ਤੋਂ ਵੱਧ ਨੁਕਸਾਨ ਕੀਤਾ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ ਕਿਉਂਕਿ ਇਸ ਦੀ ਜੜ ਵੀ ਦਿੱਲੀ ਦੇ ਵਿੱਚ ਹੈ। ਨਵਾਂ ਸ਼ਹਿਰ 'ਚ ਸੁਖਬੀਰ ਬਾਦਲ ਦਾ ਵੱਖਰਾ ਅੰਦਾਜ਼ ਦਿਖਿਆ। ਸੁਖਬੀਰ ਬਾਦਲ ਚੋਣਾਂ ਦੇ ਰੰਗ ਦੇ ਵਿੱਚ ਪੂਰੀ ਤਰ੍ਹਾਂ ਰੰਗੇ ਨਜ਼ਰ ਆਏ ਨੇ। ਚੋਣ ਪ੍ਰਚਾਰ ਦੇ ਦੌਰਾਨ ਸੁਖਬੀਰ ਬਾਦਲ ਨੇ ਮਠਾਈ ਦੀ ਦੁਕਾਨ ਤੇ ਜਾ ਕੇ ਜਲੇਬੀਆਂ ਤਲੀਆਂ। ਨਵਾਂ ਸ਼ਹਿਰ ਦੇ ਵਿੱਚ ਸੁਖਬੀਰ ਬਾਦਲ ਗੋਲ ਗੱਪਿਆਂ ਦਾ ਸਵਾਦ ਲੈਂਦੇ ਵੀ ਨਜ਼ਰ ਆਏ। ਸੁਖਬੀਰ ਨੇ ਇੱਕ ਰੇਹੜੀ ਤੇ ਗੋਲ ਗੱਪੇ ਖਾਦੇ। ਚੋਣਾਂ ਦੇ ਮਾਹੌਲ ਦੇ ਵਿੱਚ ਸੁਖਬੀਰ ਬਾਦਲ ਹਰ ਖਾਸ ਤੇ ਆਮ ਆਦਮੀ ਨੂੰ ਮਿਲਣ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। उप मुख्यमंत्री सुखजिंदर रंधावा के पिता संतोख रंधावा की बरसी ते गुरदासपुर दे विच समागम कराया गया। इस दौरान सीएम चरणजीत चन्नी खास तौर पर पहुंचे। इस दौरान कांग्रेस के होर भी कई मंत्री ते विधायक मौजूद रहे। चंडीगढ़ च बीजेपी के स्टेट प्रधान अरुण सूद ने दावा किया कि पार्टी चंडीगढ़ नगर निगम दी 35 सीटां ते जित हासिल करेगी। बीजेपी जनता के सहयोग के नाल अपना संकल्प पत्र तैयार करेगी जिस लई तुहाडा चंडीगढ़ तुहाडा सुझाव नां दी मुहिम चलाई जाएगी। सांसद मनीष तिवाड़ी ते कांग्रेस आगू बरिंदर ढिल्लों ने रोपड़ च सड़क निर्माण का उद्घाटन किया। इस दौरान किसानों ने डीएपी की घाट ते खराब हुई मक्की की फसल का मुआवजा न मिलने ते रोष जताया। हरियाणा के जींद दे विच 20 तो वध किसान जथेबंदी ने मिलकर संसद दे वल कूच करने की रणनीति बनाई। किसानों ने कहा कि 29 नवंबर को टीकरी ते गाजीपुर बॉर्डर तो हर रोज 500 किसान अपने ट्रैक्टर ट्रालियां नाल संसद दे वल कूच करनगे ते जिथे पुलिस ने रोकिया किसान उत्थे ही डेरा ला देंगे। किसान अंदोलन को लेकर राहुल गांधी ने केंद्र से निशाना साधया। उन्होंने कहा कि सरकार की क्रूरता हदों पार हो गई है। हांसी पुलिस ने किसान नेता विकास सिसु के खिलाफ मामला दर्ज किया है। मामला एक पुलिस कर्मचारी की शिकायत के आधार पर दर्ज किया गया। दरअसल विकास सिसर ने अपने भाषण के पुलिस कर्मचारियों के वास्ते विवादित भाषा की वरतों की। सहकारिता मंत्री बनवारी लाल ने शाहबाज सहकारी मिल दे विच पढ़ाई की शुरुआत की है। पानीपत मिनी सकत्तरे दे विच बैठ के ऑनलाइन ही उन्होंने पढ़ाई सीजन की शुरुआत की क्योंकि शाहबाज किसानों के वलों उन्हों का विरोध किए जाने की खबर सी जिस करके वो शाहबाद नहीं गए। हरियाणा कांग्रेस आगू भूपेंद्र सिंह हुड्डा ने इल्जाम लगाया कि मनोहर सरकार पूरी तरह के फेल साबित हुई है। सूबे का किसान ते नौजवान परेशान है। किसानों को सूबे के अंदर डीएपी खाद नहीं मिल रही ते नौजवान बेरोजगारी की मार चल रहे हैं। लोकसभा के स्पीकर ओम बिरला शिमला पहुंचे जिथे उन्होंने अधिकारियों के सम्मेलन च हिस्सा लिया। इस दौरान विधानसभा के स्पीकर के वलों उन्होंने स्वागत किया गया। बुधवार को राष्ट्रपति रामनाथ कोविंद भवानी पहुंचणगे जिथे आदर्श पिंड सूई का दौरा करनगे जिसनूं लैके प्रशासन ने सारियां तैयारियां मुकम्मल कर लईआं ने। SC/ST कमिशन कौमी चेयरमैन विजय सांपला ने पंजाब के साबका मुख्यमंत्री कैप्टन अमरिंदर सिंह के नाल सिसवा फार्म हाउस से मीटिंग की है ते अपने बेटे के विआह दे विच शामिल होने का कैप्टन नूं सद्दा दिता। दिल्ली सिख गुरुद्वारा प्रबंधक कमेटी के दफ्तर 50 लाख के कैश को लेकर हंगामे का मामला अकाल तख्त साहिब पहुंच गया। DSG MC के मैंबरों ने जथेदार ज्ञानी हरप्रीत सिंह को मिलकर इसकी शिकायत करके कार्रवाई की मांग की है जिससे जथेदार ने दोषियों की पछाण करके सख्त कार्रवाई का भरोसा दिता है। दरअसल सरना ते GK धड़े ने 50 लाख रुपए का कैश खुर्द-बुर्द करने कमेटी से इल्जाम लगाए सन जिसनूं कमेटी ने रद्द कर दिता। डेरा प्रेमी महिंदरपाल बिट्टू के कतल मामले की जांच CBI तो कराने की मांग की पटीशन से हाईकोर्ट च सुनवाई हुई। कोर्ट ने पंजाब सरकार से CBI को नोटिस जारी किया। मामले ते मुड़ सुनवाई 2 दिसंबर को होगी। मोगा दे विच सफाई कर्मचारियों की हड़ताल जारी है। जो नगर निगम के वलों बाजार तो कूड़ा हटाने की कोशिश की गई तो सफाई कर्मचारियों ने इसका विरोध किया तो पुलिस वलों रोकने की कोशिश धक्का मुक्की शुरू हो गई जिस तो बाद पुलिस ने लाठीचार्ज किया।
ਮੋਹਾਲੀ 'ਚ ਈਟੀਟੀ ਪਾਸ ਬੇਰੁਜ਼ਗਾਰਾਂ ਨੇ ਹੱਲਾ ਬੋਲਿਆ ਤੇ ਸੀਐਮ ਰਿਹਾਇਸ਼ ਦੇ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਨੇ ਰਾਹ ਦੇ ਵਿੱਚ ਹੀ ਪ੍ਰਦਰਸ਼ਨਕਾਰੀ ਰੋਕ ਲਏ। ਫਾਜ਼ਿਲਕਾ 'ਚ ਡੀਸੀ ਦਫ਼ਤਰ ਦੇ ਸਾਹਮਣੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਫੀਸਾਂ 'ਚ ਕੀਤੇ ਗਏ ਵਾਅਦੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਜਲੰਧਰ 'ਚ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਾਂ ਦੀ ਸੰਘਰਸ਼ ਕਮੇਟੀ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਨਾਲ ਸੜਕ ਤੇ ਜਾਮ ਲੱਗ ਗਿਆ। ਇਹਨਾਂ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਹੈ, ਪਰ ਉਹਨਾਂ ਦਾ ਵਿਭਾਗ ਉਹਨਾਂ ਦੀ ਲਿਸਟ ਦੇ ਵਿੱਚ ਨਹੀਂ ਭੇਜ ਰਿਹਾ। ਉਹਨਾਂ ਤੋਂ ਪੱਕੇ ਹੋਣ ਦਾ ਮੌਕਾ ਖੋਇਆ ਜਾ ਰਿਹਾ ਹੈ। ਪਟਿਆਲਾ 'ਚ ਨਿਹੰਗ ਸਿੰਘ ਦੇ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਮੋਰਚਾ ਖੋਲ੍ਹ ਦਿੱਤਾ ਤੇ ਥਾਣੇ ਦੇ ਅੱਗੇ ਪ੍ਰਦਰਸ਼ਨ ਕਰਕੇ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਹੈ। ਦਰਅਸਲ ਨਿਹੰਗ ਦੇ ਖਿਲਾਫ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ। ਖੰਨਾ ਦੇ ਵਿੱਚ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦੀ ਨਿੱਜੀ ਰਿਹਾਇਸ਼ ਅੱਗੇ ਪ੍ਰੋਫੈਸਰਾਂ ਨੇ ਧਰਨਾ ਦਿੱਤਾ ਤੇ 7ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ। ਫਿਰੋਜ਼ਪੁਰ 'ਚ ਮਾਈਨਿੰਗ ਵਾਲੇ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਰੇਤ ਦੀ ਇੱਕ ਟਰਾਲੀ 3500 ਤੋਂ 4000 ਰੁਪਏ ਦੀ ਦਿੱਤੀ ਜਾ ਰਹੀ ਹੈ। ਸਰਕਾਰ ਨੂੰ ਜੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਬਠਿੰਡਾ 'ਚ ਏਡੀਜੀਪੀ ਦੇ ਘਰ ਕੋਲ ਸ਼ੱਕੀ ਵਿਸਫੋਟਕ ਸਮੱਗਰੀ ਮਿਲੀ। ਮੌਕੇ ਤੇ ਬੰਬ ਸਕੁਐਡ ਦੀ ਟੀਮ ਪਹੁੰਚੀ, ਪਰ ਜਾਂਚ ਟੀਮ ਨੇ ਮੌਕੇ ਤੇ ਕੁਝ ਵੀ ਨਹੀਂ ਮਿਲਿਆ ਕਿਉਂਕਿ ਬੈਗ ਦੇ ਵਿੱਚ ਕੁਝ ਕਾਗਜ਼ਾਤ ਸਨ। ਪਟਿਆਲਾ ਦੇ ਪਿੰਡ ਟੌਰਾਂ ਦੇ ਵਿੱਚ ਪਾਣੀ ਦੇ ਵਿਵਾਦ ਨੂੰ ਲੈ ਕੇ ਫਾਇਰਿੰਗ ਹੋਈ ਤੇ ਇਸ ਦੌਰਾਨ ਸ਼ਖਸ ਗੰਭੀਰ ਰੂਪ 'ਚ ਜ਼ਖਮੀ ਹੋਇਆ। ਪੁਲਿਸ ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਮੋਗਾ ਪੁਲਿਸ ਨੇ ਕੈਨੇਡਾ 'ਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦੇ ਮੁਤਾਬਿਕ ਦੋਵੇਂ ਮੁਲਜ਼ਮ ਪੇਸ਼ੀ ਤੋਂ ਆਏ ਕੈਦੀ ਨੂੰ ਭਜਾਉਣ ਦੇ ਲਈ ਪਹੁੰਚੇ ਸਨ, ਜਿਨ੍ਹਾਂ ਦੇ ਕੋਲ ਇੱਕ ਮੋਟਰਸਾਈਕਲ ਤੇ ਕਈ ਹਥਿਆਰ ਬਰਾਮਦ ਹੋਏ ਨੇ। ਸ਼ਿਮਲਾ ਦੇ ਵਿੱਚ ਆਦਮਖੋਰ ਤੇਂਦੂਏ ਨੂੰ ਨਾ ਫੜੇ ਜਾਣ ਕਾਰਨ ਲੋਕਾਂ 'ਚ ਗੁੱਸਾ ਵਧਦਾ ਜਾ ਰਿਹਾ। ਸ਼ਿਮਲਾ ਨਾਗਰਿਕ ਸਭਾ ਨੇ ਵਣ ਵਿਭਾਗ ਦੇ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਤੇ ਕਰੀਬ 4 ਘੰਟੇ ਤੱਕ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੁੱਖ ਅਫਸਰ ਨੂੰ ਜ਼ਮੀਨ ਤੇ ਆਪਣੇ ਨਾਲ ਹੀ ਬਿਠਾ ਲਿਆ। ਪਟਿਆਲਾ ਦੇ ਸਨੌਰ ਦੇ ਰਹਿਣ ਵਾਲੇ ਕਲੋਨਾਈਜ਼ਰ ਜਗਤਾਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੁਸਾਈਡ ਨੋਟ 'ਚ ਜਗਤਾਰ ਨੇ ਲਿਖਿਆ ਕਿ ਵਿੱਕੀ ਨਾਂ ਦੇ ਸ਼ਖਸ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਰਾਜਪੁਰਾ ਪੁਲਿਸ ਉਸ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਬਠਿੰਡਾ 'ਚ ਖੇਤ ਮਜ਼ਦੂਰ ਨੌਜਵਾਨ ਨੇ ਖੁਦਕੁਸ਼ੀ ਕਰ ਲਈ, ਜਿਸ ਦੀ ਵਜ੍ਹਾ 3 ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।